ਹਾਂਜੀ ਸੁਣਾਓ ਸਾਰੇ ਵੀਰਾਂ ਦਾ ਕੀ ਹਾਲ ਚਾਲ। ਕਾਇਮ ਸਿਹਤਾਂ। ਗੱਲ ਕਰਨੀ ਸੀ ਐਕਚੁਅਲੀ ਬੜਾ ਜ਼ਿਆਦਾ ਉਥਲ ਪੁਥਲ ਜੀ ਚੱਲੀ ਜਾਂਦੀ ਆ ਤੇ ਬੜੀਆਂ ਬਿਆਨਬਾਜ਼ੀਆਂ ਤੇ ਵੱਧ ਘੱਟ ਗੱਲਾਂ ਹੋ ਰਹੀਆਂ ਆ ਤੇ ਆਓ ਜੀ ਹੱਸਣਾ ਨਹੀਂ ਜਨਾਬ। ਉਹ ਪਹਿਲਾਂ ਤਾਂ ਸਾਰਿਆਂ ਨਾਲੋਂ ਪਹਿਲਾਂ ਤਾਂ ਇਹ ਆ ਵੀ ਮੋਦੀ ਸਾਹਿਬ ਨੂੰ ਤੇ ਭਾਰਤੀ ਜਨਤਾ ਪਾਰਟੀ BJP ਜਾਣੀ ਕਿ ਬਲਾਤਕਾਰ ਜਨਤਾ ਪਾਰਟੀ ਨੂੰ ਇਹ ਵਧਾਈਆਂ ਦੇਣੀਆਂ ਆ ਵੀ ਤੁਹਾਨੂੰ ਕਸ਼ਮੀਰ ਫਤਿਹ ਦਿਵਸ ਦੀਆਂ ਵਧਾਈਆਂ। ਕਸ਼ਮੀਰ ਤੇ ਤਾਂ ਤੁਸੀਂ ਕਬਜ਼ਾ ਜਮਾਈ ਬੈਠੇ ਆ ਪਰ ਲੋਕਾਂ ਨੂੰ ਤੁਸੀਂ ਸਦਾ ਲਈ ਖੋਲਿਆ। ਕਸ਼ਮੀਰੀਆਂ ਨੂੰ ਕਸ਼ਮੀਰੀ ਤੁਹਾਡੇ ਤੋਂ ਸਦਾ ਲਈ ਖੁੱਸ ਗਏ ਜਿਹੜੀਆਂ ਤੁਸੀਂ ਕਰਤੂਤਾਂ ਕੀਤੀਆਂ ਉੱਥੇ। ਤੇ ਜਿਹੜੇ ਤੁਹਾਡੇ ਲੀਡਰ ਆ RSS ਦੇ ਖੱਟੜ ਵਰਗੇ ਹਰਿਆਣੇ ਦੇ ਮੁੱਖ ਮੰਤਰੀ ਉਹ ਕਹਿੰਦੇ ਪਏ ਆ ਵੀ ਅਸੀਂ ਹੁਣ ਕਸ਼ਮੀਰ ਦੀਆਂ ਕੁੜੀਆਂ ਵਿਆਹਾਂਗੇ। ਤੁਹਾਡੀ ਜਿਹੜੀ ਤਹਿਜੀਬ ਆ ਗੰਗਾ ਜਮਣੀ ਤਹਿਜੀਬ ਉਹ ਸਾਰਿਆਂ ਦੇ ਸਾਹਮਣੇ ਆ ਗਈ ਵੀ ਜਿੱਡੇ ਇੱਕ ਵੱਡੇ RSS ਦੇ ਜਿਹੜੇ ਥਿੰਕ ਟੈਂਕ ਆ ਉਹ ਤੁਸੀਂ ਅੱਗੇ ਕਰਕੇ ਤੇ ਹਰਿਆਣਾ ਸਟੇਟ ਹੋਰ ਸਟੇਟਾਂ ਦੇ ਵਿੱਚ ਮੁੱਖ ਮੰਤਰੀ ਮਿਨਿਸਟਰ ਬਣਾਏ ਤੇ ਉਹਨਾਂ ਦੀ ਬਿਆਨਬਾਜ਼ੀ ਸੁਣ ਲਓ ਵੀ ਕਿਹੋ ਜੀ ਆ। ਪਹਿਲਾਂ ਇਹ ਮਤਲਬ ਇਸ ਬਹਾਨੇ ਟਾਲਦੇ ਸੀ ਵੀ ਭਾਈ ਇਹ ਤਾਂ ਥੱਲੇ ਆਮ ਲੋਕ ਇਹੋ ਜੀਆਂ ਗੱਲਾਂ ਕਰਦੇ ਆ ਪਰ ਨਹੀਂ। ਇੱਕ ਬੀਬੀ ਆ ਉੱਥੇ ਫਰੀਦਕੋਟ ਜ਼ਿਲ੍ਹੇ ਦੀ ਪ੍ਰਧਾਨ ਇਹਨਾਂ ਦੀ ਉਹ ਵੀ ਇਹੀ ਗੱਲ ਕਹਿੰਦੀ ਆ ਵੀ ਹੁਣ ਅਸੀਂ ਕਸ਼ਮੀਰ ਤੋਂ ਰਿਸ਼ਤੇ ਲਾਵਾਂਗੇ ਐਂ ਕਰਾਂਗੇ। ਤੁਸੀਂ ਤਿਆਰ ਹੋ ਜਾਓ ਕੋਈ ਗੱਲ ਨਹੀਂ। ਕਸ਼ਮੀਰ ਜਾਣ ਵਾਸਤੇ ਨਾ ਤੇ ਪੰਜਾਬ ਦੇ ਵਿੱਚੋਂ ਦੀ ਲੰਘਣਾ ਪੈਣਾ ਆ। ਇਹ ਗੱਲ ਯਾਦ ਰੱਖ ਲਿਓ। ਪੰਜਾਬ ਦੇ ਵਿੱਚੋਂ ਦੀ ਲੰਘਣਾ ਪੈਣਾ ਆ ਤੇ ਡੋਲੇ ਅਸੀਂ ਤੁਹਾਨੂੰ ਦੇ ਕੇ ਤੋਰਾਂਗੇ। ਹੈਂ ਉਹ ਜਿਨ੍ਹਾਂ ਦੇ ਕੋਲ ਘਰ ਟਾਇਲਟ ਬਣਾਉਣ ਜੋਗੇ ਪੈਸੇ ਨਹੀਂ ਹੈਗੇ ਹੈਂ ਉਹ ਕਹਿੰਦੇ ਪਏ ਆ ਅਸੀਂ ਕਸ਼ਮੀਰ 'ਚ ਜਾ ਕੇ ਪਲਾਟ ਖਰੀਦਾਂਗੇ। ਉਹ ਬੀੜੀ ਪੀਣੀ ਕੌਮ ਬੀੜੀਆਂ ਤੁਸੀਂ ਇੱਕ ਦੂਜੇ ਤੋਂ ਮੰਗ ਪੀਂਦੇ ਆ। ਗੱਲਾਂ ਤੁਹਾਡੀਆਂ ਇਹ ਆ ਵੀ ਤੁਸੀਂ ਸਤਲੁਜ ਦੇ ਤੇ ਬਿਆਸ ਦੇ ਸੰਨ ਦੇ ਵਿੱਚ ਤੁਸੀਂ ਜਾ ਕੇ ਤੇ ਪਲਾਟ ਖਰੀਦਣੇ ਆ। ਥੋੜਾ ਜਿਹਾ ਨਾ ਆਪਦੀ ਜਿਹੜੀ ਇਹ ਤੁਹਾਡੀ ਗੰਗਾ ਜਮਣੀ ਤਹਿਜੀਬ ਆ ਨਾ ਇਹ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਤੇ ਹਿਸਾਬ ਕਿਤਾਬ 'ਚ ਰਵੋ। ਤਹਿਜੀਬ ਇਹ ਵੇਖ ਲਓ ਵੀ ਸਾਰੀਆਂ ਇੰਡੀਆ ਦੀਆਂ ਸਟੇਟਾਂ ਦੇ ਵਿੱਚੋਂ ਕੱਲਾ ਪੰਜਾਬ ਇਹੋ ਜਿਹਾ ਸੀ ਜਿਹਨੇ ਕਸ਼ਮੀਰੀਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਹੈਂ। ਤੇ ਕਸ਼ਮੀਰੀ ਜਿਹੜੇ ਸਟੂਡੈਂਟ ਸੀ ਕੁੜੀਆਂ ਸੀ ਮੁੰਡੇ ਸੀ ਉਹਨਾਂ ਨੂੰ ਫਿਰ ਐਤਕੀ ਆਪਣੇ ਪੰਜਾਬੀ ਭਰਾਵਾਂ ਨੇ ਬੜੀ ਹੈਲਪ ਕੀਤੀ ਉਹਨਾਂ ਨੂੰ ਪਹੁੰਚਾਇਆ। ਇੱਥੋਂ ਪਤਾ ਲੱਗਦਾ ਆ ਵੀ ਗੰਗਾ ਜਮਣੀ ਤਹਿਜੀਬ ਭਾਰੂ ਆ ਕਿ ਪੰਜ ਦਰਿਆਵਾਂ ਦੀ ਤਹਿਜੀਬ ਭਾਰੂ ਆ। ਇਹ ਜਿਹੜੀ ਪੰਜ ਦਰਿਆਵਾਂ ਦੀ ਤਹਿਜੀਬ ਆ ਨਾ ਇਹ ਇਨਸਾਨੀ ਤਹਿਜੀਬ ਆ। ਤੁਸੀਂ ਸ਼ੈਤਾਨੀ ਤਹਿਜੀਬ ਦੇ ਆ ਹਾਂ। ਤੁਹਾਨੂੰ ਲੋਕਾਂ ਦੀਆਂ ਧੀਆਂ ਭੈਣਾਂ ਨਹੀਂ ਲੱਗਦੀਆਂ। ਉਹ ਤੁਹਾਨੂੰ ਸਿਰਫ ਤੇ ਸਿਰਫ ਇੱਕ ਸਮਾਨ ਲੱਗਦਾ ਆ। ਜਿਹੜੀਆਂ ਉਹ ਵਿਚਾਰੀਆਂ ਕੁੜੀਆਂ ਉੱਥੇ ਹੋਰ ਥਾਵਾਂ ਤੇ ਪੜ੍ਹਦੀਆਂ ਸੀ ਉਹਨਾਂ ਨੂੰ ਲੋਕ ਇਹ ਗੱਲ ਕਹਿੰਦੇ ਆ ਵੀ ਕੋਈ ਨਹੀਂ ਹੁਣ ਤੁਸੀਂ ਤਿਆਰ ਹੋ ਜਾਓ ਸਾਡੇ ਵਾਸਤੇ ਉੱਥੇ ਪਲਾਟ ਖਰੀਦ ਕੇ ਰੱਖਿਓ ਆਵਾਂਗੇ ਤੇਰੇ ਨਾਲ ਸ਼ਾਦੀ ਕਰਾਂਗੇ ਆਹ ਕਰਾਂਗੇ। ਇਹੋ ਜੀਆਂ ਗੱਲਾਂ ਬਾਤਾਂ ਇਹੋ ਜੀ ਜ਼ਹਿਨੀਅਤ ਆ ਇਹਨਾਂ ਲੋਕਾਂ ਦੀ। ਤੇ ਮੋਦੀ ਸਾਹਿਬ ਦਾ ਤਾਂ ਸ਼ੁਕਰੀਆ ਵੀ ਜਿਨ੍ਹਾਂ ਨੇ ਇਹ ਮਤਲਬ ਇਹਨਾਂ ਲੋਕਾਂ ਦੀ ਮਾਨਸਿਕਤਾ ਐ ਨਸ਼ਰ ਕਰ ਦਿੱਤੀ। ਜ਼ਾਹਰ ਹੋ ਗਿਆ ਦੁਨੀਆ ਨੂੰ ਵੀ ਪਤਾ ਲੱਗ ਗਿਆ ਆ। ਤੇ ਇੰਡੀਆ ਦਾ ਮੀਡੀਆ ਝੂਠ ਬੋਲੀ ਜਾਂਦਾ ਆ ਨਹੀਂ ਜੀ ਕਸ਼ਮੀਰ ਦੇ ਵਿੱਚ ਸਾਰਾ ਕੁਝ ਠੀਕ ਠਾਕ ਆ ਉਥੇ ਕੋਈ ਪ੍ਰੋਬਲਮ ਨਹੀਂ। ਉਹ ਚੱਡੀ ਧਾਰਿਓ ਕਿ ਜੇ ਤੁਸੀਂ ਕੋਈ ਇੰਟਰਨੈਸ਼ਨਲ ਮੀਡੀਆ ਵੇਖੋ ਸੁਣੋ ਕੋਈ ਹੋਰ ਬਾਹਰਲਾ ਮੀਡੀਆ ਤੇ ਤੁਹਾਨੂੰ ਪਤਾ ਲੱਗੇ ਵੀ ਕਸ਼ਮੀਰ ਦੇ ਵਿੱਚ ਕੀ ਹੋ ਰਿਹਾ ਆ। ਕਿੰਨੇ ਪ੍ਰੋਟੈਸਟ ਹੁੰਦੇ ਪਏ ਆ ਕਿੰਨੇ ਲੋਕਾਂ ਨੂੰ ਤੁਸੀਂ ਮਾਰ ਦਿੱਤਾ ਆ ਕਿੰਨੇ ਲੋਕਾਂ ਨੂੰ ਅਰੈਸਟ ਕਰ ਲਿਆ ਆ ਪਰ ਤੁਸੀਂ ਤਾਂ ਅੱਖਾਂ ਤੇ ਪੱਟੀਆਂ ਬੰਨੀਆਂ ਹੋਈਆਂ ਆ। ਉਹ ਖੱਚਰ ਤੇ ਅੱਖਾਂ ਤੇ ਚੜਾਉਣ ਵਾਲੀ ਗੱਲ ਵੀ ਸਾਹਮਣੇ ਦਿਸਦਾ ਜੋ ਕੁਝ ਦਿਸਦਾ। ਤੁਸੀਂ ਤੁਹਾਡਾ ਮੀਡੀਆ ਤੁਹਾਨੂੰ ਝੂਠ ਬੋਲ ਕੇ ਇਹ ਕਹਿੰਦਾ ਪਿਆ ਆ ਵੀ ਕਸ਼ਮੀਰ 'ਚ ਸਾਰਾ ਕੁਝ ਠੀਕ ਆ। ਕਸ਼ਮੀਰ 'ਚ ਕੁਝ ਵੀ ਠੀਕ ਨਹੀਂ ਹੈਗਾ। ਤੇ ਉਹ ਜਿਹੜਾ ਅਜੀਤ ਡੋਵਲ ਉਹ ਜਾ ਕੇ ਉੱਥੇ 4-5 ਲੋਕਾਂ ਦਾ ਇਕੱਠ ਜਿਹਾ ਬਣਾ ਕੇ ਜੀ ਹਾਂ ਜੀ ਸਾਰਾ ਕੁਝ ਠੀਕ ਠਾਕ ਆ ਉਹ ਲੋਕਾਂ ਨੂੰ ਕਹਿੰਦਾ ਪਿਆ ਵੀ ਹਾਂ
ਅਸੀਂ ਆਏ ਆ ਤੁਹਾਡੇ ਧੀਆਂ ਪੁੱਤ ਮਾਰਨ ਤੇ ਤੁਹਾਡੀਆਂ ਇੱਜ਼ਤਾਂ ਲੁੱਟਣ ਆਏ ਆ। ਉਹ ਅੱਗੋਂ ਪੁੱਛਦੇ ਵੀ ਕਾਹਦੇ ਵਾਸਤੇ? ਇਹ ਕਹਿੰਦੇ ਤੁਹਾਡੇ ਵਾਸਤੇ ਭਲਾਈ ਦਾ ਕੰਮ ਆ, ਤੁਹਾਡੀ ਭਲਾਈ ਆ ਇਹਦੇ ਵਿੱਚ। ਇਹ ਆ ਜੀਤ ਡੋਵਲ। ਉਹ ਸ਼ਰਮ ਕਰੋ, ਸ਼ਰਮ ਕਰੋ। ਦੁਨੀਆ ਤੁਹਾਨੂੰ ਲਾਹਣਤਾਂ ਪਾਉਂਦੀ ਪਈ, ਲਾਹਣਤਾਂ ਪਾਉਂਦੀ ਪਈ। ਤੇ ਇਹ ਤੁਸੀਂ ਨਾ ਯਾਦ ਰੱਖਿਓ, ਇਹ ਆਖਰੀ ਕਿੱਲ ਸਾਬਤ ਹੋਣਾ ਆ ਜਿਹੜਾ ਤੁਸੀਂ ਕੰਮ ਕੀਤਾ ਆ। ਵੇਖੀ ਚੱਲਿਓ ਬਣਦਾ ਕਿ ਇਹ ਪ੍ਰੋਟੈਸਟ ਰੁਕਣੇ ਨਹੀਂ। ਉਹ ਲੋਕ ਇੰਨੇ ਕੁ ਜ਼ਿਆਦਾ ਦੁਖੀ ਆ ਤੁਹਾਡੇ ਤੋਂ, ਇੰਨੇ ਕੁ ਜ਼ਿਆਦਾ ਦੁਖੀ ਆ ਨਾ ਵੀ ਉਹਨਾਂ ਕੋਲ ਕੋਈ ਹੋਰ ਰਾਹ ਹੀ ਹੈ ਨਹੀਂਗਾ। ਨਿੱਕੇ ਨਿੱਕੇ ਉਹਨਾਂ ਦੇ ਜਵਾਕ, 5-5 7-7 ਸਾਲਾਂ ਦੇ ਜਵਾਕ ਇਹ ਗੱਲ ਕਹਿੰਦੇ ਆ ਵੀ ਆਜ਼ਾਦੀ ਚਾਹੀਦੀ ਸਾਨੂੰ। ਇੰਨਾ ਤੁਸੀਂ ਗੰਦ ਪਾਇਆ ਆ ਉੱਥੇ। ਤੇ ਅੱਗੇ ਵੇਖੋ ਵੀ ਬਣਦਾ ਕੀ ਆ। ਤੁਸੀਂ ਝੂਠਾ ਪ੍ਰਾਪੋਗੰਡਾ ਜਿੰਨਾ ਮਰਜ਼ੀ ਕਰੀ ਜਾਓ। ਟੀਵੀ ਚੈਨਲ ਦਿਨ ਰਾਤ ਲੱਗੇ ਹੋਏ ਆ ਤੁਹਾਡੇ, ਆ ਜੀ ਨਿਊਜ਼, ਇੰਡੀਆ ਨਿਊਜ਼, ਇਹ ਸਾਰੇ ਮਤਲਬ ਐ ਪੂਰੇ ਜੋਰਾਂ ਸ਼ੋਰਾਂ ਨਾਲ ਲੱਗੇ ਹੋਏ ਆ। ਪਹਿਲਾਂ ਇਹਨਾਂ ਨੇ ਨੰਦੀ ਮਹਾਰਾਜ ਨੂੰ 5-7 ਦਿਨ ਦੁੱਧ ਪੋਇਆ ਆ। ਕਦੀ ਕੋਈ ਚੀਜ਼, ਕਿਹੜੀ ਮੂਰਤੀ ਦੁੱਧ ਪੀਣ ਲੱਗ ਪੈਂਦੀ, ਕਦੀ ਕਿਹੜੀ ਪੀਣ ਲੱਗ ਪੈਂਦੀ ਆ। ਫਿਰ ਤੁਸੀਂ ਕਸ਼ਮੀਰ ਬਾਰੇ ਝੂਠ ਬੋਲੇ। ਹੁਣ ਉਦੋਂ ਬਾਅਦ ਵਿੱਚ ਤੁਸੀਂ ਉਹ ਤੁਹਾਡੇ ਹੜ੍ਹ ਆਏ ਹੋਏ ਆ, ਉਹ ਵਿੱਚ ਥੋੜਾ ਮਿਰਚ ਮਸਾਲਾ ਬਣਾ ਕੇ ਤੇ ਕਸ਼ਮੀਰ ਦੇ ਤੁਸੀਂ ਜਸ਼ਨ ਮਨਾ ਰਹੇ ਆ। ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਜਦੋਂ ਕਿਤੇ ਘੱਟ ਗਿਣਤੀਆਂ ਦੇ ਕਤਲ ਹੁੰਦੇ ਆ ਨਾ ਤੇ ਬਹੁ ਗਿਣਤੀ ਲੱਡੂ ਵੰਡਦੀ ਆ, ਬਹੁ ਗਿਣਤੀ ਭੰਗੜੇ ਪਾਉਂਦੀ ਆ। ਇਹ ਆ ਤੁਹਾਡੀ ਸੰਸਕ੍ਰਿਤੀ। ਇਹ ਤੁਸੀਂ ਜਦੋਂ ਸਿੱਖਾਂ ਨੂੰ ਸਾੜਿਆ ਸੀ, ਮਾਰਿਆ ਸੀ, ਤੁਸੀਂ ਉਦੋਂ ਵੀ ਲੱਡੂ ਵੰਡੇ ਸੀ, ਅੱਜ ਕਸ਼ਮੀਰੀਆਂ ਵਾਰੀ ਵੀ। ਤੇ ਅਸੀਂ ਕਿਵੇਂ ਕਵਾਂਗੇ ਵੀ ਇਹ ਸਾਡਾ ਦੇਸ਼ ਆ? ਕਿਵੇਂ ਕਵਾਂਗੇ ਇਹ ਸਾਡਾ ਦੇਸ਼ ਆ? ਖਤਮ ਹੋ ਗਈਆਂ ਕਹਾਣੀਆਂ। ਤੁਸੀਂ ਵੇਖਿਓ ਅੱਗੇ ਬਣਦਾ ਕੀ। ਤੇ ਜਿੰਨੇ ਮਰਜ਼ੀ ਝੂਠੇ ਪ੍ਰਾਪੋਗੰਡੇ ਕਰ ਲਓ, ਕਸ਼ਮੀਰੀਆਂ ਨੂੰ ਪਤਾ ਆ ਉਹਨਾਂ ਦਾ ਫਾਈਨਲ ਡੈਸਟੀਨੇਸ਼ਨ ਕਿਹੜਾ ਆ। ਤੇ ਉਹਨਾਂ ਦੇ ਜਿਹੜੇ ਤੁਹਾਡੇ ਲੀਡਰ ਸੀ ਨਾ, ਜਿਹੜੇ ਤੁਹਾਡੇ ਵੱਲ ਵੀ ਝੁਕਦੇ ਸੀ, ਉਹਨਾਂ ਨੂੰ ਵੀ ਅਕਲ ਆ ਗਈ। ਉਹਨਾਂ ਨੂੰ ਵੀ ਪਤਾ ਹੁਣ ਸਾਡੇ ਛਿੱਤਰ ਪੈਣਗੇ ਜੇ ਅਸੀਂ ਕਿਹਾ ਨਾ ਵੀ ਅਸੀਂ ਹਿੰਦੁਸਤਾਨ ਦੇ ਨਾਲ ਆ ਜੀ, ਅਸੀਂ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ। ਹੁਣ ਉਹ ਗੱਲ ਨਹੀਂ ਬਣਨੀ। ਹੁਣ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਸਾਰੇ ਜਹਾਂ ਸੇ ਅੱਛਾ ਨਹੀਂਗਾ। ਇਹ ਝੂਠ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਨੇ ਜਿਹੜੀ ਗੱਲ ਕਹੀ ਸੀ ਨਾ, ਉਹ ਗੱਲ ਅੱਜ ਸੱਚੀ ਹੋ ਗਈ। ਤੁਸੀਂ ਕਿਸੇ ਦੇ ਸੱਕੇ ਨਹੀਂ, ਕਿਸੇ ਦੇ ਸੱਕੇ ਨਹੀਂ ਤੁਸੀਂ। ਉਹਨਾਂ ਨੇ ਕਿਹਾ ਸੀ ਤੁਸੀਂ ਇਸ ਕੌਮ ਨੂੰ ਗੁਲਾਮ ਵੇਖਿਆ ਆ, ਜਦੋਂ ਇਹ ਹੁਕਮਰਾਨ ਬਣਨਗੇ ਨਾ ਇਹ ਤੁਹਾਡੇ ਕੰਨਾਂ ਨੂੰ ਹੱਥ ਲਵਾ ਦੇਣਗੇ। ਤੇ ਗੱਲ ਸੱਚੀ ਹੋ ਗਈ, ਕੰਨਾਂ ਨੂੰ ਹੱਥ ਲਵਾਤੇ। ਘੱਟ ਗਿਣਤੀਆਂ ਦੇ ਪੰਜਾਬ ਵਾਲਿਓ, ਹੁਣ ਤੁਸੀਂ ਵੀ ਤਿਆਰ ਰਹੋ, ਤੁਹਾਡੀ ਵੀ ਯੂਨੀਅਨ ਟੈਰੀਟਰੀ ਬਣਨ ਵਾਲੀ ਆ। ਹੁਣ ਤਗੜੇ ਹੋ ਜਾਓ। ਨਵਾਂ ਲਾ ਵੀ ਲੈ ਕੇ ਆਉਂਦੇ ਪਏ ਆ, ਜਿਹਨੂੰ ਮਰਜ਼ੀ ਫੜ ਕੇ ਤੇ ਅੱਤਵਾਦੀ ਬਣਾ ਦੇਣਗੇ। ਤੇ ਮੈਨੂੰ ਕਈ ਕਹਿੰਦੇ ਆ ਨਾ, ਤੂੰ ਆ ਇੱਥੇ, ਤੈਨੂੰ ਇੱਥੇ ਵੇਖ ਲਾਂਗੇ। ਮੈਂ ਤੁਹਾਡੀ ਭਾਰਤ ਮਾਤਾ ਦੇ ਮੂੰਹ ਦੇ ਉੱਤੇ ਧਾਰ ਵੀ ਨਹੀਂ ਮਾਰਦਾ। ਤੁਸੀਂ ਆਉਣ ਦੀ ਗੱਲ ਕਰਦੇ ਆ। ਮੈਂ ਇਹੋ ਜਿਹੇ ਖੂਨੀ, ਤੁਹਾਡੀ ਜਿਹੜੀ ਭਾਰਤ ਮਾਤਾ ਪਿਆਸੀ ਹੋਈ ਆ ਨਾ, ਮੈਂ ਉਹਦੇ ਮੂੰਹ ਦੇ ਉੱਤੇ ਧਾਰ ਵੀ ਨਹੀਂ ਮਾਰਦਾ। ਮਜਬੂਰੀ ਹੁੰਦੀ ਆ, ਜਦੋਂ ਕਿਤੋਂ ਨਿਕਲਣਾ ਹੁੰਦਾ ਆ ਨਾ ਤੇ ਡਾਕੂਮੈਂਟ ਲੈਣੇ ਪੈਂਦੇ ਆ। ਇਹ ਮਿਹਣੇ ਮਾਰਦੇ ਆ, ਪਾਸਪੋਰਟ ਪਾੜ ਕੇ ਸੱਟਦੇ ਆ, ਸੱਟਿਆ ਹੋਇਆ ਆ, ਮੈਂ ਸਿਟੀ ਜਾਣੇ ਆ। ਤੇ ਹੁਣ ਧਾਰ ਨਹੀਂ ਮਾਰਦੇ। ਆਪਦਾ ਬਣਾਵਾਂਗੇ ਤੇ ਵਾਪਸ ਆਵਾਂਗੇ, ਨਹੀਂ ਤਾਂ ਕੋਈ ਗੱਲ ਨਹੀਂ। ਸਾਡੇ ਵੱਡੇ ਵਡੇਰੇ ਕਈ ਬਾਹਰ ਹੱਡੀਆਂ ਗਾਲ ਗਏ ਤੇ ਉਹਨਾਂ ਚੋਂ ਅਸੀਂ ਵੀ ਹੋ ਜਾਵਾਂਗੇ। ਕਿੱਡੀ ਕੁ ਗੱਲ ਆ। ਤੇ ਪਰ ਪਤਾ ਲੱਗ ਗਿਆ ਤੁਹਾਡੀ ਮਾਨਸਿਕਤਾ ਦਾ। ਤੁਸੀਂ ਐਡੇ ਕਮੀਨੇ ਲੋਕ ਆ, ਐਡੀ ਘਟੀਆ ਨਸਲ ਦੇ ਲੋਕ ਆ ਤੁਸੀਂ। ਤੁਹਾਨੂੰ ਲੋਕਾਂ ਦੀਆਂ ਧੀਆਂ ਭੈਣਾਂ ਨਹੀਂ ਲੱਗਦੀਆਂ। ਤੁਸੀਂ ਲੱਡੂ ਵੰਡਦੇ ਪਏ ਆ, ਖੁਸ਼ੀਆਂ ਮਨਾਉਣੇ ਪਏ ਆ। ਕਸ਼ਮੀਰ ਦੇ ਵਿੱਚ ਫੋਨ ਹੀ ਨਹੀਂ ਚੱਲਦਾ ਪਿਆ, ਇੰਟਰਨੈਟ ਨਹੀਂ ਚੱਲਦਾ ਪਿਆ, ਪਰ ਟੀਵੀ ਚੱਲਦੇ ਆ। ਉਹ ਵੇਖਦੇ ਪਏ ਆ ਸਾਰਾ ਕੁਝ। ਉਹਨਾਂ ਨੂੰ ਪਤਾ ਆ ਉਹਨਾਂ ਦੇ ਹੱਕ 'ਚ ਕੌਣ ਖਲੋਂਦਾ ਪਿਆ ਆ ਤੇ ਕੌਣ ਉਹਨਾਂ ਦਾ ਮਜ਼ਾਕ ਉਡਾਉਂਦਾ ਪਿਆ ਆ। ਤੁਸੀਂ ਜਿੱਤ ਦੇ ਜਸ਼ਨ ਮਨਾਓ। ਇਹ ਜਿੱਤ ਦੇ ਜਸ਼ਨ ਇਹੀ ਤੁਹਾਡੀ ਹਾਰ ਦੇ ਕਾਰਨ ਬਣਨੇ ਆ। ਤੇ ਤੁਹਾਡੀ ਫੱਟੀ ਇਹੋ ਜਿਹੀ ਪੋਚੀ ਜਾਣੀ ਆ, ਜੇ 30-35 ਟੁਕੜਿਆਂ ਦੇ ਵਿੱਚ ਇਹ ਮੁਲਕ ਨਾ ਵੰਡਿਆ ਗਿਆ ਤੇ ਫਿਰ ਤੁਸੀਂ ਆਖਿਓ
ਤੁਸੀਂ ਲੋਕਾਂ ਦਾ ਲਹੂ ਪੀ ਲਿਆ। ਤੁਸੀਂ ਕੋਈ ਗੱਲ ਹੀ ਨਹੀਂ ਕਰ ਸਕਦਾ। ਓਕੇ ਜੀ, ਜਿਉਂਦੇ ਵਸਦੇ ਰਹੋ, ਰੱਬ ਰਾਖਾ। ਫੇਰ ਗੱਲ ਕਰਾਂਗੇ।